ਵਿਆਹ ਵਾਲੇ ਦਿਨ ਮੈਨੂੰ ਆਪਣੀ ਸਾਲੀ ਪਸੰਦ ਆ ਗਈ ਤੇ ਵਿਆਹ ਵਾਲੀ ਰਾਤ ਮੈਂ ਆਪਣੀ ਪਤਨੀ ਨੂੰ ਇੱਕ ਤਹਿਖਾਨੇ ਵਿੱਚ ਬੰਦ ਕਰ ਦਿੱਤਾ ਤੇ ਰੌਲਾ ਪਾ ਦਿੱਤਾ ਕਿ ਉਹ ਕਿਸੇ ਲੜਕੇ ਨਾਲ ਭੱਜ ਗਈ ਤੇ ਆਪਣੇ ਸਹੁਰੇ ਵਾਲਿਆਂ ਨੂੰ ਕਿਹਾ ਕਿ ਇਹ ਮੇਰੀ ਇੱਜ਼ਤ ਦਾ ਸਵਾਲ ਆ। ਲੋਕਾਂ ਨੂੰ ਪਤਾ ਲੱਗੂ ਤਾਂ ਲੋਕ ਮੇਰੇ ਤੇ ਉਂਗਲੀ ਉਠਾਉਣਗੇ ਕਿ ਇਸ ਦੀ ਪਤਨੀ ਇਸ ਨੂੰ ਛੱਡ ਕੇ ਭੱਜ ਗਈ। ਇਸ ਕਰਕੇ ਤੁਸੀਂ ਮੇਰਾ ਵਿਆਹ ਆਪਣੀ ਦੂਜੀ ਬੇਟੀ ਨਾਲ ਕਰਵਾ ਦਿਓ। ਮੇਰਾ ਵਿਆਹ ਮੇਰੀ ਸਾਲੀ ਨਾਲ ਕਰਵਾ ਦਿੱਤਾ ਗਿਆ। ਮੈਂ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਗਿਆ। ਜਦੋਂ ਮੈਂ ਉਸ ਦਾ ਦੁਪੱਟਾ ਉਸ ਦੇ ਮੂੰਹ ਤੋਂ ਚੁੱਕਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਤਾਂ ਮੈਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਨੌਕਰੀ ਕਰਦਾ ਸੀ। ਜਦੋਂ ਮੈਂ ਕੁਝ ਦਿਨਾਂ ਲਈ ਘਰੇ ਵਾਪਸ ਆਇਆ ਤਾਂ ਮੇਰੀ ਮਾਂ ਮੇਰੇ ਵਿਆਹ ਦੀ ਫਿਕਰ ਕਰਨ ਲੱਗੀ। ਕੁਝ ਦਿਨਾਂ ਬਾਅਦ ਉਹਨਾਂ ਨੇ ਮੇਰਾ ਵਿਆਹ ਜੋਤੀ ਨਾਮ ਦੀ ਲੜਕੀ ਨਾਲ ਤੈਅ ਕਰਵਾ ਦਿੱਤਾ। ਮਾਂ ਨੇ ਮੈਨੂੰ ਦੱਸਿਆ ਕਿ ਜੋਤੀ ਵਰਗੀਆਂ ਦੋ ਭੈਣਾਂ ਹਨ, ਇੱਕ ਜੋਤੀ ਤੇ ਉਸ ਦੀ ਛੋਟੀ ਭੈਣ ਪੂਜਾ। ਜੋਤੀ ਖੂਬਸੂਰਤ ਤੇ ਗੋਰੀ ਚਿੱਟੀ ਹੈ। ਮੇਰੀ ਮਾਂ ਆਪਣੀ ਬਹੂ ਦੀ ਬਹੁਤ ਹੀ ਤਾਰੀਫ ਕਰ ਰਹੀ ਸੀ, ਪਰ ਸੱਚਾਈ ਕੀ ਸੀ ਇਹ ਤਾਂ ਉਸ ਨੂੰ ਦੇਖਣ ਦੇ ਬਾਅਦ ਹੀ ਪਤਾ ਲੱਗਣਾ ਸੀ। ਮੇਰਾ ਵਿਆਹ ਬਹੁਤ ਹੀ ਜਲਦਬਾਜ਼ੀ ਵਿੱਚ ਹੋ ਰਿਹਾ ਸੀ, ਇਸ ਕਰਕੇ ਮੈਨੂੰ ਲੜਕੀ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ। ਜਦੋਂ ਮੈਂ ਵਿਦੇਸ਼ ਵਿੱਚ ਸੀ ਉਦੋਂ ਹੀ ਘਰਦਿਆਂ ਨੇ ਲੜਕੀ ਦੇਖ ਲਈ ਸੀ। ਮੈਨੂੰ ਮੇਰੇ ਮਾਂ-ਬਾਪ ਤੇ ਪੂਰਾ ਵਿਸ਼ਵਾਸ ਸੀ। ਮੈਨੂੰ ਇਹ ਸੀ ਕਿ ਉਹ ਮੇਰੇ ਲਈ ਵਧੀਆ ਹੀ ਲੜਕੀ ਚੁਣਨਗੇ। ਦੋਨਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਸੀ। ਮੇਰੀ ਮਾਂ ਨੇ ਮੈਨੂੰ ਲੜਕੀ ਦਾ ਨੰਬਰ ਦਿੱਤਾ ਅਤੇ ਕਿਹਾ ਕਿ ਤੂੰ ਲੜਕੀ ਨਹੀਂ ਵੇਖੀ, ਕੋਈ ਗੱਲ ਨਹੀਂ, ਕਿਉਂਕਿ ਲੜਕੀ ਬਹੁਤ ਹੀ ਖੂਬਸੂਰਤ ਆ, ਪਰ ਵਿਆਹ ਤੋਂ ਪਹਿਲਾਂ ਹੋਣ ਵਾਲੀ ਪਤਨੀ ਨਾਲ ਗੱਲ ਕਰ ਲੈ। ਮਾਂ ਨੇ ਜਦੋਂ ਮੇਰੀ ਹੋਣ ਵਾਲੀ ਪਤਨੀ ਦਾ ਨੰਬਰ ਦਿੱਤਾ ਤਾਂ ਮੈਂ ਉਹ ਨੰਬਰ ਸੰਭਾਲ ਕੇ ਰੱਖ ਲਿਆ। ਮੈਂ ਸੋਚਿਆ ਮੇਰਾ ਵਿਆਹ ਜਲਦਬਾਜ਼ੀ ਵਿੱਚ ਹੋ ਰਿਹਾ ਹੈ, ਪਰ ਇੱਕ ਵਾਰ ਮੈਂ ਉਸ ਨਾਲ ਜ਼ਰੂਰ ਫੋਨ ਤੇ ਗੱਲ ਕਰਾਂਗਾ। ਪਰ ਵਿਆਹ ਦੀਆਂ ਤਿਆਰੀਆਂ ਵਿੱਚ ਮੈਨੂੰ ਸਮਾਂ ਹੀ ਨਹੀਂ ਮਿਲਿਆ ਕਿ ਮੈਂ ਉਸ ਨਾਲ ਫੋਨ ਤੇ ਗੱਲ ਕਰਾਂ। ਮੈਂ ਘਰ ਦਾ ਇਕਲੌਤਾ ਪੁੱਤਰ ਸੀ, ਇਸ ਕਰਕੇ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਹੀ ਸੀ। ਮੇਰਾ ਵਿਆਹ ਇੰਨੀ ਜਲਦਬਾਜ਼ੀ ਵਿੱਚ ਹੋ ਰਿਹਾ ਸੀ ਕਿ ਮੈਂ ਜੋਤੀ ਦੀ ਕੋਈ ਤਸਵੀਰ ਵੀ ਨਹੀਂ ਦੇਖੀ ਸੀ। ਮੈਂ ਸਭ ਕੁਝ ਆਪਣੇ ਮਾਂ-ਬਾਪ ਉੱਤੇ ਛੱਡ ਦਿੱਤਾ ਸੀ। ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ। ਇੱਕ ਦਿਨ ਮੈਂ ਮਾਰਕੀਟ ਵਿੱਚ ਆਪਣੇ ਦੋਸਤ ਨਾਲ ਸਮਾਨ ਲੈਣ ਗਿਆ ਤਾਂ ਉਸਨੇ ਕਿਹਾ, ਤੂੰ ਭਾਬੀ ਨੂੰ ਮੂੰਹ ਦਿਖਾਈ ਤੇ ਕੀ ਦੇਵੇਂਗਾ? ਮੈਂ ਕਿਹਾ, ਮੈਂ ਤਾਂ ਉਸ ਨਾਲ ਹਜੇ ਤੱਕ ਗੱਲ ਹੀ ਨਹੀਂ ਕੀਤੀ। ਮੈਨੂੰ ਉਸ ਦੀ ਪਸੰਦ ਨਾ ਪਸੰਦ ਬਾਰੇ ਕੁਝ ਨਹੀਂ ਪਤਾ। ਉਸਨੇ ਕਿਹਾ, ਇਸ ਵਿੱਚ ਕੀ ਆ, ਤੂੰ ਉਸ ਨੂੰ ਫੋਨ ਕਰਕੇ ਪੁੱਛ ਲੈ। ਮੇਰੇ ਕੋਲ ਨੰਬਰ ਸੀ। ਮੈਂ ਸੜਕ ਦੇ ਕਿਨਾਰੇ ਖੜ ਕੇ ਉਸ ਨੂੰ ਫੋਨ ਮਿਲਾਉਣ ਲੱਗਿਆ। ਮੇਰੇ ਫੋਨ ਮਿਲਾਉਂਦੇ ਹੀ ਥੋੜੀ ਦੂਰ ਮੋਬਾਈਲ ਦੀ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਦੋ ਕੁੜੀਆਂ ਪਾਰਲਰ ਦੇ ਸਾਹਮਣੇ ਖੜੀਆਂ ਗੱਲਾਂ ਕਰ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਕੁੜੀ ਦੇ ਹੱਥ ਵਿੱਚ ਫੋਨ ਦੀ ਘੰਟੀ ਵੱਜ ਰਹੀ ਸੀ। ਉਸਨੇ ਫੋਨ ਰਿਸੀਵ ਕੀਤਾ ਤੇ ਹੈਲੋ ਕਿਹਾ। ਮੈਂ ਹੈਰਾਨ ਹੋ ਕੇ ਪਿੱਛੇ ਮੁੜ ਕੇ ਉਹਨਾਂ ਨੂੰ ਦੇਖਣ ਲੱਗਾ। ਜਿਸ ਕੁੜੀ ਨੇ ਫੋਨ ਚੱਕਿਆ ਸੀ ਉਹ ਕੁੜੀ ਬਹੁਤ ਹੀ ਖੂਬਸੂਰਤ ਸੀ। ਪਹਿਲੀ ਨਜ਼ਰ ਨਾਲ ਹੀ ਮੈਂ ਆਸ਼ਿਕ ਹੋ ਗਿਆ। ਮੈਂ ਉਸ ਨੂੰ ਦੇਖਦੇ ਹੀ ਰੱਬ ਅੱਗੇ ਅਰਦਾਸ ਕਰਨ ਲੱਗਿਆ ਕਿ ਹੇ ਰੱਬਾ, ਇਹ ਕੁੜੀ ਜੋਤੀ ਹੋਵੇ। ਉਸ ਕੁੜੀ ਨੇ ਫੋਨ ਚੁੱਕਦੇ ਹੀ ਪੁੱਛਿਆ, ਕੌਣ? ਤਾਂ ਮੈਂ ਕਿਹਾ, ਮੈਂ ਰਵੀ ਬੋਲ ਰਿਹਾ ਹਾਂ। ਮੇਰਾ ਨਾਮ ਸੁਣ ਕੇ ਉਹ ਕੁੜੀ ਕੁਝ ਟਾਈਮ ਲਈ ਚੁੱਪ ਹੋ ਗਈ। ਫਿਰ ਉਸਨੇ ਕਿਹਾ, ਮੈਂ ਪੂਜਾ ਗੱਲ ਕਰ ਰਹੀ ਹਾਂ। ਪੂਜਾ ਨਾਮ ਸੁਣ ਕੇ ਮੇਰਾ ਦਿਲ ਟੁੱਟ ਚਕਨਾਚੂਰ ਹੋ ਗਿਆ। ਉਸਨੇ ਆਪਣੇ ਨਾਲ ਖੜੀ ਕੁੜੀ ਵੱਲ ਇਸ਼ਾਰਾ ਕੀਤਾ। ਸ਼ਾਇਦ ਜੋਤੀ ਸੀ। ਮੈਂ ਇੱਕ ਗਹਿਰੀ ਨਜ਼ਰ ਨਾਲ ਜੋਤੀ ਵੱਲ ਦੇਖਿਆ ਤਾਂ ਜੋਤੀ ਬਹੁਤ ਹੀ ਬਦਸੂਰਤ ਸੀ। ਉਹਨਾਂ ਦੋਨਾਂ ਨੇ ਆਪਸ ਵਿੱਚ ਕੀ ਗੱਲ ਕੀਤੀ ਇਹ ਮੈਨੂੰ ਨਹੀਂ ਪਤਾ,
ਫਿਰ ਪੂਜਾ ਨੇ ਮੈਨੂੰ ਕਿਹਾ, ਜੋਤੀ ਤੇਰੇ ਨਾਲ ਬਾਅਦ ਵਿੱਚ ਗੱਲ ਕਰੂਗੀ, ਕਿਉਂਕਿ ਅਸੀਂ ਬਾਹਰ ਕਿਤੇ ਆਏ ਹੋਏ ਹਾਂ। ਪਰ ਜੇ ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਮੈਨੂੰ ਦੱਸ ਸਕਦੇ ਹੋ। ਜੋਤੀ ਨੂੰ ਦੇਖ ਕੇ ਮੇਰਾ ਦਿਲ ਇਸ ਕਦਰ ਟੁੱਟ ਗਿਆ ਕਿ ਮੈਂ ਬਿਨਾਂ ਕੁਝ ਕਹੇ ਹੀ ਫੋਨ ਬੰਦ ਕਰ ਦਿੱਤਾ ਤੇ ਚੁੱਪ ਕਰਕੇ ਉੱਥੋਂ ਨਿਕਲ ਗਿਆ। ਥੋੜੀ ਦੇਰ ਬਾਅਦ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ ਤੇ ਦੇਖਿਆ ਉਹੀ ਨੰਬਰ ਤੋਂ ਫੋਨ ਸੀ। ਪਰ ਜੋਤੀ ਨੂੰ ਦੇਖਣ ਤੋਂ ਬਾਅਦ ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ। ਮੈਂ ਆਪਣਾ ਫੋਨ ਸਵਿਚ ਆਫ ਕਰ ਦਿੱਤਾ। ਮੈਂ ਮੂੰਹ ਦਿਖਾਈ ਲਈ ਵੀ ਕੋਈ ਤੋਹਫਾ ਨਾ ਲਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਮਾਂ ਨੇ ਕੀ ਦੇਖ ਕੇ ਜੋਤੀ ਨੂੰ ਪਸੰਦ ਕੀਤਾ। ਜਿੰਨੀਆਂ ਖੂਬੀਆਂ ਮੇਰੀ ਮਾਂ ਨੇ ਜੋਤੀ ਵਿੱਚ ਗਿਣਵਾਈਆਂ ਸੀ, ਉਹ ਸਭ ਮੈਨੂੰ ਪੂਜਾ ਵਿੱਚ ਦਿਸ ਰਹੀਆਂ ਸੀ। ਘਰ ਆ ਕੇ ਮੈਂ ਚੁੱਪ ਕਰਕੇ ਬੈਠ ਗਿਆ। ਕਿਸੇ ਨਾਲ ਗੱਲ ਨਹੀਂ ਕਰਦਾ ਸੀ ਅਤੇ ਨਾ ਹੀ ਕੋਈ ਕੰਮ ਕਰਦਾ ਸੀ। ਵਿਆਹ ਵਿੱਚ ਸਿਰਫ 2 ਦਿਨ ਬਚੇ ਸੀ। ਮੇਰੀ ਮਾਂ ਨੇ ਖਾਮੋਸ਼ੀ ਦੇਖ ਕੇ ਪੁੱਛਿਆ, ਕੀ ਗੱਲ ਹੋਈ ਬੇਟਾ? ਤਾਂ ਮੈਂ ਆਪਣੀ ਮਾਂ ਦੇ ਆਂਚਲ ਵਿੱਚ ਸਿਰ ਰੱਖ ਕੇ ਰੋਣ ਲੱਗ ਗਿਆ। ਮਾਂ ਨੇ ਕਿਹਾ, ਕੀ ਗੱਲ ਹੋਈ ਬੇਟਾ, ਦੱਸ ਤਾਂ ਸਹੀ। ਮੈਂ ਰੋਂਦੇ ਹੋਏ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਮੈਨੂੰ ਜੋਤੀ ਨਹੀਂ, ਉਸ ਦੀ ਛੋਟੀ ਭੈਣ ਪਸੰਦ ਹੈ। ਮੈਂ ਜੋਤੀ ਨਾਲ ਵਿਆਹ ਕਰਕੇ ਉਸ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੋ ਲੜਕੀ ਮੈਨੂੰ ਪਸੰਦ ਨਹੀਂ, ਮੈਂ ਉਸ ਦੇ ਨਾਲ ਵਿਆਹ ਕਰਕੇ ਕੀ ਕਰੂੰਗਾ। ਤੁਸੀਂ ਜੋਤੀ ਦੇ ਘਰ ਫੋਨ ਕਰਕੇ ਉਹਨਾਂ ਨੂੰ ਦੱਸ ਦਿਓ। ਜੇ ਉਹਨਾਂ ਨੂੰ ਮਨਜ਼ੂਰ ਆ ਤਾਂ ਉਹ ਮੇਰਾ ਵਿਆਹ ਪੂਜਾ ਨਾਲ ਕਰਵਾ ਸਕਦੇ ਆ। ਮੇਰੀ ਮਾਂ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਈ, ਪਰ ਹਿੰਮਤ ਜੁਟਾ ਕੇ ਜੋਤੀ ਦੇ ਪਾਪਾ ਨੂੰ ਫੋਨ ਲਾ ਲਿਆ। ਮੇਰੇ ਬੇਟੇ ਨੂੰ ਜੋਤੀ ਨਹੀਂ ਬਲਕਿ ਤੁਹਾਡੀ ਛੋਟੀ ਬੇਟੀ ਪੂਜਾ ਪਸੰਦ ਆ। ਜੇ ਤੁਹਾਨੂੰ ਇਹ ਗੱਲ ਸਹੀ ਲੱਗੀ ਤਾਂ ਅਸੀਂ ਬਰਾਤ ਲੈ ਕੇ ਆ ਜਾਵਾਂਗੇ, ਨਹੀਂ ਤਾਂ ਫਿਰ ਇਹ ਵਿਆਹ ਨਹੀਂ ਹੋਵੇਗਾ। ਮਾਂ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਜੋਤੀ ਦੇ ਪਾਪਾ ਵੀ ਪਰੇਸ਼ਾਨ ਹੋ ਗਏ, ਕਿਉਂਕਿ ਉਹਨਾਂ ਨੇ ਘਰ ਵਿਆਹ ਦੀਆਂ ਤਿਆਰੀਆਂ ਕਰ ਲਈਆਂ ਸੀ। ਮਾਂ ਦੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਥੋੜਾ ਟਾਈਮ ਮੰਗਿਆ ਤੇ ਕਿਹਾ, ਸ਼ਾਮ ਨੂੰ ਫੋਨ ਕਰਕੇ ਦੱਸਦੇ ਹਾਂ। ਫਿਰ ਸ਼ਾਮ ਨੂੰ ਉਹਨਾਂ ਦਾ ਫੋਨ ਆਇਆ ਅਤੇ ਉਹਨਾਂ ਨੇ ਕਿਹਾ, ਅਸੀਂ ਪੂਜਾ ਬੇਟੀ ਦਾ ਵਿਆਹ ਰਵੀ ਨਾਲ ਕਰਨ ਨੂੰ ਤਿਆਰ ਹਾਂ। ਪੂਜਾ ਨਾਲ ਮੇਰਾ ਵਿਆਹ ਹੋਵੇਗਾ। ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਅਗਲੇ 2 ਦਿਨਾਂ ਵਿੱਚ ਅਸੀਂ ਪੂਜਾ ਦੇ ਘਰ ਬਰਾਤ ਲੈ ਕੇ ਪਹੁੰਚ ਗਏ। ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ। ਮੈਂ ਬਹੁਤ ਹੀ ਖੁਸ਼ ਸੀ, ਕਿਉਂਕਿ ਜੀਵਨ ਸਾਥੀ ਨੂੰ ਲੈ ਕੇ ਮੇਰੇ ਦਿਲ ਵਿੱਚ ਜਿਹੋ ਜਿਹੀ ਤਸਵੀਰ ਸੀ, ਪੂਜਾ ਬਿਲਕੁਲ ਉਹੋ ਜਿਹੀ ਸੀ। ਜੈ ਮਾਲਾ ਲਈ ਮੈਨੂੰ ਸਟੇਜ ਤੇ ਲਿਆਂਦਾ ਗਿਆ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਦੁਲਹਨ ਨੂੰ ਲਿਆਂਦਾ ਗਿਆ ਤਾਂ ਮੇਰੀ ਨਜ਼ਰ ਦੁਲਹਨ ਤੇ ਜਾਣੀ ਕਿ ਪੂਜਾ ਦੇ ਚਿਹਰੇ ਤੇ ਪਈ। ਉਸ ਨੂੰ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ। ਫਿਰ ਤੋਂ ਇੱਕ ਵਾਰ ਮੇਰਾ ਦਿਲ ਟੁੱਟ ਕੇ ਚਕਨਾਚੂਰ ਹੋ ਗਿਆ, ਕਿਉਂਕਿ ਇਹ ਤਾਂ ਉਹ ਲੜਕੀ ਨਹੀਂ ਸੀ ਜਿਸ ਨਾਲ ਮੈਂ ਫੋਨ ਤੇ ਗੱਲ ਕਰ ਰਿਹਾ ਸੀ, ਬਲਕਿ ਇਹ ਤਾਂ ਉਸ ਦੇ ਨਾਲ ਨਹੀਂ ਖੜੀ ਸੀ। ਹਜੇ ਮੈਂ ਸੋਚ ਹੀ ਰਿਹਾ ਸੀ ਕਿ ਦੁਲਹਨ ਦੇ ਰੂਪ ਵਿੱਚ ਪੂਜਾ ਆ ਕੇ ਮੇਰੇ ਸਾਹਮਣੇ ਖੜੀ ਹੋ ਗਈ। ਹੁਣ ਮੈਂ ਚਾਹ ਕੇ ਵੀ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਸੀ। ਹੁਣ ਜਿਹੜੀ ਪੂਜਾ ਦੇ ਨਾਲ ਖੜੀ ਸੀ ਉਹ ਜੋਤੀ ਸੀ। ਉਹ ਇੰਨੀ ਜ਼ਿਆਦਾ ਸੋਹਣੀ ਸੀ ਜਿਸ ਨੂੰ ਮਾਂ ਨੇ ਪਸੰਦ ਕੀਤਾ ਸੀ। ਮੈਂ ਮਾਂ ਦੀ ਪਸੰਦ ਤੇ ਸਵਾਲ ਉਠਾਇਆ, ਪਰ ਮਾਂ ਸਹੀ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਚੀਕ ਚੀਕ ਕੇ ਰੌਲਾ ਪਾਵਾਂ ਤੇ ਫੌਰਨ ਇਸ ਵਿਆਹ ਨੂੰ ਮਨਾ ਕਰ ਦੇਵਾਂ। ਇੰਨੇ ਨੂੰ ਪੂਜਾ ਨੇ ਮੇਰੇ ਗਲੇ ਵਿੱਚ ਜੈ ਮਾਲਾ ਪਾ ਦਿੱਤੀ। ਮੈਂ ਤਾਂ ਇਹ ਸਭ ਸੋਚਣ ਵਿੱਚ ਗੁੰਮ ਸੀ ਤੇ ਲੋਕ ਮੈਨੂੰ ਮਜ਼ਾਕ ਵਿੱਚ ਕਹਿ ਰਹੇ ਸੀ, ਦੁਲਹਨ ਦੇ ਚਿਹਰੇ ਵੱਲ ਹੀ ਦੇਖੀ ਜਾਏਗਾ ਜਾਂ ਜੈ ਮਾਲਾ ਵੀ ਪਾਵੇਂਗਾ। ਲੋਕਾਂ ਦੇ ਕਈ ਵਾਰ ਕਹਿਣ ਤੇ ਮੈਂ ਮਜਬੂਰੀ ਵਿੱਚ ਆ ਕੇ ਪੂਜਾ ਦੇ ਗਲੇ ਵਿੱਚ ਜੈ ਮਾਲਾ ਪਾ ਦਿੱਤੀ। ਇਸ ਤਰ੍ਹਾਂ ਕਰਦੇ ਕਰਾਉਂਦੇ ਵਿਆਹ ਹੋ ਗਿਆ ਤੇ ਪੂਜਾ ਮੇਰੀ ਪਤਨੀ ਬਣ ਕੇ ਮੇਰੇ ਘਰੇ ਆ ਗਈ। ਮੈਂ ਬਹੁਤ ਦੁਖੀ ਸੀ ਤੇ ਬਸ ਇਹੀ ਸੋਚ ਰਿਹਾ ਸੀ ਕਿ ਮੈਂ ਜਲਦਬਾਜ਼ੀ ਵਿੱਚ ਆ ਕੇ ਬਹੁਤ ਗਲਤ ਫੈਸਲਾ ਲੈ ਲਿਆ। ਮੈਂ ਇੱਕ ਵਾਰ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੂਜਾ ਕੌਣ
ਅਤੇ ਜੋਤੀ ਕੌਣ? ਪੂਜਾ ਬਾਥਰੂਮ ਵਿੱਚੋਂ ਕੱਪੜੇ ਚੇਂਜ ਕਰਕੇ ਆ ਰਹੀ ਸੀ ਤਾਂ ਮੈਂ ਉਸ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਮੇਰੇ ਕਮਰੇ ਵਿੱਚ ਇੱਕ ਦਰਵਾਜ਼ਾ ਸੀ ਜੋ ਤਹਿਖਾਨੇ ਕੋਲ ਜਾਂਦਾ ਸੀ। ਮੈਂ ਆਪਣੇ ਘਰ ਦੀ ਇੱਕ ਨੌਕਰਾਨੀ ਨੂੰ ਬਹੁਤ ਸਾਰੇ ਪੈਸੇ ਦਿੱਤੇ ਅਤੇ ਉਸ ਦੀ ਮਦਦ ਨਾਲ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਤਹਿਖਾਨੇ ਵਿੱਚ ਛੱਡ ਦਿੱਤਾ। ਨੌਕਰਾਨੀ ਨੂੰ ਸਮਝਾ ਦਿੱਤਾ ਕਿ ਤਹਿਖਾਨੇ ਵਿੱਚ ਇਸ ਨੂੰ ਬੰਦ ਕਰਨ ਤੋਂ ਬਾਅਦ ਮੇਰੇ ਇਸ਼ਾਰੇ ਨਾਲ ਹੀ ਉਸ ਨੂੰ ਖਾਣ ਪੀਣ ਨੂੰ ਦੇਣਾ, ਕਿਉਂਕਿ ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਇਹ ਸਭ ਕਰਨਾ ਮੇਰੀ ਮਜਬੂਰੀ ਸੀ। ਨੌਕਰਾਨੀ ਦੇ ਜਾਂਦੇ ਹੀ ਮੈਂ ਰੌਲਾ ਪਾਉਣ ਲੱਗਿਆ। ਮੇਰੀ ਭੈਣ ਤੇ ਮੇਰੀ ਮਾਂ ਕਮਰੇ ਵਿੱਚ ਭੱਜੀਆਂ ਆਈਆਂ ਤੇ ਪੁੱਛਣ ਲੱਗੀਆਂ ਕੀ ਹੋਇਆ। ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਮੈਂ ਕਮਰੇ ਵਿੱਚ ਆਇਆ ਤਾਂ ਮੈਨੂੰ ਲੱਗਿਆ ਪੂਜਾ ਬਾਥਰੂਮ ਵਿੱਚ ਹੋਵੇਗੀ, ਪਰ ਮੈਂ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਚੈੱਕ ਕੀਤਾ ਤਾਂ ਉੱਥੇ ਵੀ ਨਹੀਂ ਸੀ। ਮੈਨੂੰ ਲੱਗਦਾ ਪੂਜਾ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਘਰ ਵਾਲਿਆਂ ਦੇ ਦਬਾਅ 'ਚ ਆ ਕੇ ਉਸਨੇ ਮੇਰੇ ਨਾਲ ਵਿਆਹ ਕਰ ਲਿਆ, ਪਰ ਹੁਣ ਉਹ ਮੈਨੂੰ ਲੱਗਦਾ ਹੈ ਇੱਥੋਂ ਭੱਜ ਗਈ। ਤਹਿਖਾਨਾ ਛੱਡ ਕੇ ਪੂਜਾ ਨੂੰ ਹਰ ਜਗ੍ਹਾ ਲੱਭਿਆ ਗਿਆ, ਪੂਜਾ ਨਾ ਮਿਲੀ। ਰਾਤ ਤਾਂ ਇਸੇ ਤਰ੍ਹਾਂ ਲੰਘ ਗਈ। ਦੂਜੇ ਦਿਨ ਮੇਰੀ ਮਾਂ ਨੇ ਪੂਜਾ ਦੇ ਘਰ ਵਾਲਿਆਂ ਨੂੰ ਦੱਸ ਦਿੱਤਾ, ਪਰ ਪੂਜਾ ਦੇ ਘਰ ਵਾਲੇ ਇਸ ਸਭ ਮੰਨਣ ਨੂੰ ਤਿਆਰ ਨਹੀਂ ਸੀ। ਮੇਰੀ ਮਾਂ ਨੇ ਪੂਜਾ ਦੇ ਪਾਪਾ ਨੂੰ ਸਮਝਾਇਆ ਕਿ ਜ਼ਰੂਰੀ ਨਹੀਂ ਤੁਹਾਡੀ ਬੇਟੀ ਦੇ ਮਨ ਦੀ ਹਰ ਗੱਲ ਤੁਸੀਂ ਸਮਝ ਸਕੋ। ਹੋ ਸਕਦਾ ਤੁਹਾਡੀ ਬੇਟੀ ਕਿਸੇ ਨੂੰ ਪਿਆਰ ਕਰਦੀ ਹੋਵੇ ਤੇ ਤੁਸੀਂ ਜਲਦਬਾਜ਼ੀ ਵਿੱਚ ਉਸ ਦਾ ਵਿਆਹ ਕਰ ਦਿੱਤਾ ਹੋਵੇ ਤੇ ਉਹ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਪਲਾਨ ਬਣਾ ਲਿਆ ਹੋਵੇ ਭੱਜਣ ਦਾ। ਮਜਬੂਰੀ ਵਿੱਚ ਆ ਕੇ ਪੂਜਾ ਦੇ ਪਿਤਾ ਨੂੰ ਨਾ ਚਾਹੁੰਦੇ ਹੋਏ ਵੀ ਸਾਡੀਆਂ ਗੱਲਾਂ ਤੇ ਯਕੀਨ ਕਰਨਾ ਪਿਆ। ਵਿਆਹ ਤੋਂ 2 ਦਿਨ ਬਾਅਦ ਸਾਡਾ ਰਿਸੈਪਸ਼ਨ ਸੀ। ਮੈਂ ਆਪਣੀ ਮਾਂ ਨੂੰ ਕਿਹਾ, ਮਾਂ, ਮੈਂ ਆਪਣੇ ਦੋਸਤਾਂ ਵਿੱਚ ਕੀ ਮੂੰਹ ਦਿਖਾਊਂਗਾ, ਤੇ ਵਿਆਹ ਤੋਂ ਪਹਿਲੀ ਰਾਤ ਹੀ ਮੇਰੀ ਘਰਵਾਲੀ ਮੈਨੂੰ ਛੱਡ ਕੇ ਭੱਜ ਗਈ। ਆਪਣੇ ਸਾਰੇ ਰਿਸ਼ਤੇਦਾਰ ਆਪਣਾ ਮਜ਼ਾਕ ਉਡਾਉਣਗੇ। ਇਸ ਲਈ ਪੂਜਾ ਦੇ ਪਾਪਾ ਨੂੰ ਕਹੋ ਕਿ ਉਹ ਆਪਣੀ ਵੱਡੀ ਬੇਟੀ ਦਾ ਵਿਆਹ ਮੇਰੇ ਨਾਲ ਕਰਵਾ ਦੇਣ। ਆਖਿਰ ਪਹਿਲਾਂ ਵੀ ਤਾਂ ਮੇਰਾ ਵਿਆਹ ਉਸ ਨਾਲ ਹੀ ਹੋਣ ਵਾਲਾ ਸੀ, ਤਾਂ ਕਿ ਲੋਕਾਂ ਨੂੰ ਕੁਝ ਪਤਾ ਨਾ ਚੱਲੇ ਤੇ ਆਪਣੀ ਬਣੀ ਬਣਾਈ ਇੱਜ਼ਤ ਵੀ ਰਹਿ ਜਾਵੇ। ਮਾਂ ਨੂੰ ਵੀ ਮੇਰੀ ਇਹ ਗੱਲ ਸਹੀ ਲੱਗੀ, ਕਿਉਂਕਿ ਸਾਡੇ ਘਰ ਦੀ ਇੱਜ਼ਤ ਦਾ ਸਵਾਲ ਸੀ। ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਇਹ ਗੱਲ ਜੋਤੀ ਦੇ ਪਾਪਾ ਨੂੰ ਕਹੀ। ਸਾਡੇ ਘਰ ਵਿੱਚ ਪੈਸੇ ਰੁਪਇਆਂ ਦੀ ਕੋਈ ਕਮੀ ਨਹੀਂ ਸੀ, ਕਿਉਂਕਿ ਮੈਂ ਵੀ ਵਿਦੇਸ਼ ਵਿੱਚ ਵਧੀਆ ਕਮਾ ਲੈਂਦਾ ਸੀ। ਇਸ ਕਰਕੇ ਉਹ ਗੱਲ ਮੰਨ ਗਏ। ਮੇਰਾ ਤੇ ਜੋਤੀ ਦਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋ ਗਿਆ। ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਉਹੀ ਸਭ ਕੁਝ ਹੋ ਰਿਹਾ ਸੀ ਜੋ ਮੈਂ ਚਾਹੁੰਦਾ ਸੀ। ਮੈਂ ਪੂਜਾ ਦੇ ਨਾਲ ਸਮਝੌਤੇ ਵਾਲੀ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦਾ ਸੀ। ਮੈਂ ਸੋਚਿਆ ਕਿ ਜੋਤੀ ਨਾਲ ਵਿਆਹ ਕਰਕੇ ਪੂਜਾ ਨੂੰ ਆਜ਼ਾਦ ਕਰ ਦੇਵਾਂਗਾ ਤੇ ਕਹਿ ਦਿਆਂਗਾ ਕਿ ਇਸ ਨੂੰ ਇਸ ਦੇ ਆਸ਼ਿਕ ਨੇ ਨਹੀਂ ਰੱਖਿਆ, ਤੇ ਹੁਣ ਇਹ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਮੈਨੂੰ ਕਸੂਰਵਾਰ ਠਹਿਰਾ ਰਹੀ ਹੈ। ਜੋਤੀ ਨਾਲ ਵਿਆਹ ਕਰਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਕਿਉਂਕਿ ਮੈਂ ਜਿਸ ਨੂੰ ਚਾਹਿਆ ਸੀ ਉਸ ਨੂੰ ਪਾਉਣ ਲਈ ਬਹੁਤ ਹੀ ਮੁਸ਼ਕਲ ਭਰੇ ਰਾਹ ਚੁਣੇ ਸੀ। ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਜੋਤੀ ਦੇ ਚਿਹਰੇ ਤੋਂ ਦੁਪੱਟਾ ਹਟਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਇਹ ਜੋਤੀ ਨਹੀਂ ਪੂਜਾ ਸੀ ਜਿਸ ਨੂੰ ਮੈਂ ਤਹਿਖਾਨੇ ਵਿੱਚ ਛੱਡਿਆ ਸੀ। ਹਜੇ ਮੈਂ ਇਹ ਸਭ ਸੋਚ ਹੀ ਰਿਹਾ ਸੀ ਤਾਂ ਮੇਰੇ ਪਿੱਛੋਂ ਤਾੜੀਆਂ ਦੀ ਆਵਾਜ਼ ਆਈ। ਉਹ ਜੋਤੀ ਸੀ। ਜੋਤੀ ਨੇ ਹੱਸਦੇ ਹੋਏ ਕਿਹਾ, ਬੱਲੇ ਤੇਰੇ ਰਵੀ, ਤੂੰ ਤਾਂ ਸਾਡੀ ਦੋਨਾਂ ਦੀ ਜ਼ਿੰਦਗੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ। ਜਦੋਂ ਤੁਸੀਂ ਫੋਨ ਕਰਕੇ ਇਹ ਕਿਹਾ ਸੀ ਕਿ ਤੇਰੀ ਭੈਣ ਆਸ਼ਿਕ ਨਾਲ ਭੱਜ ਗਈ, ਮੈਨੂੰ ਯਕੀਨ ਨਹੀਂ ਹੋਇਆ ਸੀ, ਪਰ ਮੈਂ ਉਸ ਸਮੇਂ ਚੁੱਪ ਸੀ, ਕਿਉਂਕਿ ਮੈਨੂੰ ਪਤਾ ਸੀ ਮੇਰੇ ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕੀਤਾ ਤੇ ਵਿਆਹ ਕਰਕੇ ਇਸ ਕਮਰੇ ਵਿੱਚ ਆਈ। ਕਮਰੇ ਦੇ ਸਾਰੇ ਪਾਸੇ ਦੇਖਿਆ। ਇਹ ਦੇਖਿਆ ਕਿ ਕਮਰੇ ਦੇ ਬਾਹਰ ਵੀ ਕੋਈ ਦਰਵਾਜ਼ਾ ਹੈ ਜਿਸ ਰਾਹੀਂ ਮੇਰੀ ਭੈਣ ਬਾਹਰ ਨਿਕਲੀ ਹੋਵੇਗੀ। ਜਦੋਂ ਮੈਂ ਤਹਿਖਾਨੇ ਦੇ ਦਰਵਾਜ਼ੇ ਨੂੰ ਦੇਖਿਆ ਤਾਂ ਉਸ ਦੇ ਅੰਦਰ ਗਈ। ਅੰਦਰ ਮੈਨੂੰ ਰੋਣ ਦੀ ਆਵਾਜ਼ ਆ ਰਹੀ ਸੀ। ਜਦੋਂ ਅੱਗੇ ਜਾ ਕੇ ਦੇਖਿਆ ਤਾਂ ਪੂਜਾ ਅਧਹੋਸ਼ ਵਿੱਚ ਜ਼ਮੀਨ ਤੇ ਪਈ ਸੀ।
ਪਰ ਮੈਨੂੰ ਇਹ ਸਮਝ ਨਹੀਂ ਆਉਂਦਾ, ਤੂੰ ਸਾਡੇ ਦੋਨਾਂ ਭੈਣਾਂ ਨਾਲ ਇਹ ਸਭ ਕਿਉਂ ਕੀਤਾ। ਮੈਂ ਜੋਤੀ ਦੇ ਸਵਾਲ ਸੁਣ ਕੇ ਉੱਚੀ ਉੱਚੀ ਰੋਣ ਲੱਗਿਆ ਅਤੇ ਉਸ ਨੂੰ ਸਾਰੀ ਸੱਚਾਈ ਦੱਸ ਦਿੱਤੀ। ਪੂਜਾ ਨੇ ਕਿਹਾ, ਤੂੰ ਆਪਣੀ ਖੁਸ਼ੀ ਲਈ ਸਾਡੀ ਦੋਨਾਂ ਭੈਣਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਜੋਤੀ ਤੇ ਪੂਜਾ ਮੈਨੂੰ ਛੱਡ ਕੇ ਚਲੀਆਂ ਗਈਆਂ। ਇੱਕ ਛੋਟੀ ਜਿਹੀ ਗਲਤਫਹਿਮੀ ਨੇ ਜੋਤੀ, ਪੂਜਾ ਅਤੇ ਰਵੀ ਤਿੰਨਾਂ ਦੀ ਜ਼ਿੰਦਗੀ ਇਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਕੁਝ ਵੀ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਵਿੱਚ ਪੂਰਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ।